8th ਕਲਾਸ ਦੇ ਸਾਰੇ ਸਟੂਡੈਂਟਸ ਸਤਿ ਸ੍ਰੀ ਅਕਾਲ। ਅੱਜ ਅਸੀਂ ਕਰ ਰਹੇ ਹਾਂ ਅਸਾਈਨਮੈਂਟ 54। ਇਸ ਅਸਾਈਨਮੈਂਟ ਦੇ ਵਿੱਚ ਜਿੱਥੇ ਆਪਾਂ ਗੱਲ ਕਰਨੀ ਆ ਰੰਬਸ ਦੀ। ਰੰਬਸ ਕੀ ਚੀਜ਼ ਹੈ ਜੀ? ਸਮ ਚਤੁਰਭੁਜ। ਰੰਬਸ ਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਸਮ ਚਤੁਰਭੁਜ। ਭੁਜ मतलब ਭੁਜਾਵਾਂ, ਚਤੁਰ ਮੈਨੇ ਚਾਰ ਤੇ ਸਮ ਮੈਨੇ ਬਰਾਬਰ। ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਹੋਣ ਤੇ ਉਹਨੂੰ ਇਹ ਕਹਿੰਦੇ ਆ ਰੰਬਸ। ਉਹਦੀ ਸ਼ੇਪ ਜਿਹੜੀ ਹੈ ਨਾ, ਦੇਖੋ ਉਹਨਾਂ ਦੀ ਚਾਰੇ ਭੁਜਾਵਾਂ ਬਰਾਬਰ ਨੇ ਤੇ ਇਹਦੇ ਐਂਗਲ ਜਿਹੜੇ ਆ 90 ਹੋ ਸਕਦੇ ਜੇ ਨਹੀਂ ਹੋ ਸਕਦੇ। ਜੇ 90 ਹੋ ਜਾਣ ਤੇ ਫਿਰ ਤੇ ਵਰਗ ਬਣ ਜਾਂਦਾ, ਸਕੁਅਰ ਬਣ ਜਾਂਦਾ। ਇਹਦੇ ਵਿੱਚ ਦੇਖੋ ਦੋ ਚੀਜ਼ਾਂ ਨੇ ਇਹਦੇ ਵਿੱਚ। ਇੱਕ ਸਾਡੇ ਕੋਲ ਇੱਕ ਚੀਜ਼ ਹੋਰ ਆਈ ਆ, ਇਹਦੀ ਆਪਾਂ ਸ਼ੇਪ ਜਿਹੜੀ ਆ ਦੇਖੋ ਆਹ ਸਾਈਡ ਦੇ ਇਕੁਅਲ ਹੈ ਔਰ ਆਹ ਸਾਈਡ ਇਹਦੇ ਇਕੁਅਲ ਹੈ। ਸਾਹਮਣੀਆਂ ਆਹ ਦੀਆਂ ਨਾਲ ਦੀਆਂ ਭੁਜਾਵਾਂ ਇਕੁਅਲ ਨੇ ਪਰ ਸਮਾਂਤਰ ਨਹੀਂ ਆ। ਇਹ ਇੱਧਰ ਨੂੰ ਜਾ ਰਹੀ, ਇੱਧਰ ਨੂੰ ਜਾ ਰਹੀ, ਸਮਾਂਤਰ ਨਹੀਂ ਆ। ਇਹ ਚੀਜ਼ ਤਾਂ ਆਪਾਂ ਨਾਂ ਰੱਖਿਆ ਕਾਈਟ, ਪਤੰਗ। ਪਰ ਜਦੋਂ ਇਹਦੀਆਂ ਚਾਰੇ ਸਾਈਡਸ ਇਕੁਅਲ ਹੋ ਜਾਣ, ਮੈਂ ਇਸ ਡਾਇਗਰਾਮ ਨੂੰ ਥੋੜਾ ਜਿਹਾ ਹੋਰ ਸਹੀ ਡਰਾ ਕਰਾਂ। ਜਦੋਂ ਚਾਰੇ ਸਾਈਡਸ ਸਾਡੇ ਕੋਲ ਇਕੁਅਲ ਹੋ ਗਈਆਂ ਤੇ ਉਸ ਚੀਜ਼ ਨੂੰ ਆਪਾਂ ਕਹਿੰਦੇ ਜੀ ਰੰਬਸ। ਜਿਹੜੀ ਰੰਬਸ ਹੈ ਸਾਡੇ ਕੋਲੇ, ਉਹਦੇ ਗੁਣ ਕੀ ਹੈ ਜੀ? ਉਹਦੇ ਗੁਣ ਇਹ ਨੇ, ਪਹਿਲਾ ਗੁਣ ਤਾਂ ਇਹ ਆ, ਆਪਾਂ ਰੰਬਸ ਦੀਆਂ ਗੱਲਾਂ ਕਰਨੀਆਂ ਨੇ। ਪਹਿਲੀ ਗੱਲ ਤੇ ਵੀ ਸਾਰੀਆਂ ਸਾਈਡਸ ਇਕੁਅਲ ਹੁੰਦੀਆਂ ਜੀ। A B C ਤੇ D। ਅਗਲੀ ਗੱਲ ਇਹ ਆ ਕਿ ਸਾਰੀਆਂ ਸਾਈਡਸ ਇਕੁਅਲ ਨੇ। ਦੂਸਰੀ ਗੱਲ ਹੈ ਵੀ ਜਿਹੜੇ ਡਾਇਗਨਲਸ ਨੇ, ਵਿਕਰਨ, ਇੱਕ ਵਿਕਰਨ ਇਹ ਹੋ ਗਿਆ, ਇੱਕ ਵਿਕਰਨ ਇਹ ਹੋ ਗਿਆ, ਦੋ ਵਿਕਰਨ ਨੇ। ਇਹ ਆਪਸ ਵਿੱਚ ਹੁੰਦੇ ਆ ਪਰਪੈਂਡੀਕੂਲਰ ਬਾਈਸੈਕਟਰ। ਦੋਨੋਂ ਵਿਕਰਨ ਕਿਹੜੇ? AC ਅਤੇ BD। ਇਹ ਦੋਨੋਂ ਜਿਹੜੇ ਡਾਇਗਨਲਸ ਨੇ, ਵਿਕਰਨ ਜਿਹੜੇ ਨੇ, ਮੈਂ ਚਾਹੁੰਦਾ ਵੀ ਹੁਣ ਤੇ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਤੁਹਾਨੂੰ ਫਿਰ ਲਫ਼ਜ਼ ਸੌਖੇ ਲੱਗ ਜਾਣ। ਦੋਨੋਂ ਵਿਕਰਨ ਨੇ। ਇਹ ਦੋਨੋਂ ਵਿਕਰਨ ਆਪਸ ਵਿੱਚ ਕੀ ਹੁੰਦੇ ਜੀ? ਪਰਪੈਂਡੀਕੂਲਰ ਬਾਈਸੈਕਟਰ। ਪਰਪੈਂਡੀਕੂਲਰ ਬਾਈਸੈਕਟਰ ਦਾ ਕੀ ਮਤਲਬ ਹੈ? ਸਮ ਲੰਬ ਵਿਭਾਜਿਤ ਕਰਦੇ ਆ। ਕਹਿਣ ਦਾ ਮਤਲਬ ਇਹ ਹੁੰਦਾ ਵਾ ਕਿ ਜਦੋਂ ਇਹ ਦੋ ਡਾਇਗੋਨਲ ਮਿਲਦੇ ਆ, ਜੇਕਰ ਇਹ ਡਾਇਗੋਨਲ ਪੂਰਾ 10 ਮੀਟਰ ਲੰਬਾ ਵਾ, ਇਹ ਡਾਇਗੋਨਲ ਲੰਬਾ ਕਿੰਨਾ ਜੀ? 10 ਮੀਟਰ ਕਹਿ ਲਓ ਜਾਂ 10 ਸੈਂਟੀਮੀਟਰ ਕਹਿ ਲਓ, ਤੇ ਆਹ ਲੈਂਥ 5 ਹੋਏਗੀ ਤੇ ਆਹ ਵੀ ਲੈਂਥ 5 ਹੋਏਗੀ। ਇੱਕ ਗੱਲ ਤੇ ਤੇ ਜੇ ਆਹ ਸਾਡਾ ਡਾਇਗੋਨਲ 6 ਆ ਤੇ ਫਿਰ ਆਹ 3 ਹੋਏਗਾ ਤੇ ਆਹ। ਕਹਿਣ ਦਾ ਮਤਲਬ ਵੀ ਜਿਹੜੇ ਇਹ ਡਾਇਗੋਨਲ ਨੇ, ਇਹ ਇੱਕ ਦੂਜੇ ਨੂੰ ਕੀ ਕਰਦੇ ਆ ਜੀ? ਬਰਾਬਰ ਦੋਨਾਂ ਹਿੱਸਿਆਂ ਦੇ ਵਿੱਚ ਵੰਡਦੇ ਆ। ਆਪਾਂ ਨੇ ਇਹ ਗੱਲ ਤੇ ਪ੍ਰੂਵ ਕਰਨੀ ਹੈ, ਜਿਹੜੀ ਸਾਨੂੰ ਖਾਸ ਗੱਲ ਆ, ਕਿਉਂਕਿ ਦੋਨੋਂ ਹੀ ਵਿਕਰਨ ਆਪਸ ਵਿੱਚ ਇੱਕ ਦੂਜੇ ਨੂੰ ਸਮ ਦੋ ਭਾਜਿਤ ਕਰਦੇ ਆ। ਸਮ ਦੋ ਭਾਜਿਤ, ਸਮ ਮੈਨੇ ਬਰਾਬਰ, ਦੋ ਭਾਜਿਤ ਹੁੰਦਾ ਹਿੱਸਿਆਂ ਵਿੱਚ ਵੰਡਦੇ ਆ। ਇਹ ਸਾਨੂੰ ਪਤਾ ਵੀ ਦੋਨੋਂ ਵਿਕਰਨ ਆਪਸ 'ਚ ਇਹਨਾਂ ਬਰਾਬਰ ਦੋਵਾਂ ਹਿੱਸਿਆਂ 'ਚ ਵੰਡਦੇ ਆ। ਪ੍ਰੂਵ ਕਰਨਾ ਵਾ ਵੀ ਆਹ ਜਿਹੜਾ ਐਂਗਲ ਹੈ ਨਾ, ਇਹ 90 ਡਿਗਰੀ ਆ, ਵੀ ਆਪਸ ਵਿੱਚ ਦੋਵੇਂ ਪਰਪੈਂਡੀਕੂਲਰ ਨੇ, ਸਮਲੰਬ ਨੇ ਇੱਕ ਦੂਜੇ ਦੇ। ਦੋ ਰੇਖਾਵਾਂ ਸਮਲੰਬ ਕਦੋਂ ਹੁੰਦੀਆਂ? ਜਦੋਂ ਇੱਕ ਰੇਖਾ ਦੂਜੀ ਉੱਤੇ ਡਿੱਗੇ ਤੇ 90 ਦਾ ਕੋਣ ਬਣਾਵੇ। ਸਾਡਾ ਸਾਰਾ ਕੰਮ ਤੇ ਸਾਡਾ ਟਾਰਗੇਟ ਜਿਹੜਾ ਕੀ ਆ? ਇਸ ਕੋਣ ਨੂੰ 90 ਪ੍ਰੂਵ ਕਰਨਾ। ਇੱਥੇ ਮੈਂ ਉਹ ਲਿਖ ਲੈਣਾ ਤੇ ਮੈਂ ਸਿੰਪਲ ਜੀ ਗੱਲ ਕਰਨੀ ਆ। 8ਵੀਂ ਦੇ ਬੱਚੇ ਤੋਂ ਹੀ
ਇੱਕ ਮੈਂ ਤ੍ਰਿਕੋਣ ਆ ਲੈਣੀ ਹੈ ਤ੍ਰਿਭੁਜ, ਇੱਕ ਮੈਂ ਤ੍ਰਿਭੁਜ ਆ ਲੈਣੀ ਹੈ। ਹੁਣ ਇਸ ਤ੍ਰਿਭੁਜ ਦਾ ਨਾਮ ਕੀ ਹੈ? DAO। ਤ੍ਰਿਭੁਜ DAO ਅਤੇ ਦੂਜੀ ਤ੍ਰਿਭੁਜ ਕਿਹੜੀ ਲੈਣੀ ਜੀ? DCO। DC ਮੈਂ ਦੋ ਤ੍ਰਿਭੁਜਾਂ ਲਈਆਂ ਜੀ, ਇੱਕ ਤ੍ਰਿਭੁਜ ਆ ਲਈ ਹੈ ਤੇ ਇੱਕ ਤ੍ਰਿਭੁਜ ਆ ਲਈ ਹੈ। ਹੁਣ ਇਹਨਾਂ ਦੋਵਾਂ ਤ੍ਰਿਭੁਜਾਂ ਵਿੱਚ ਜਿਹੜੀ AO ਰੇਖਾ ਵਾ, AO ਉਹ ਕਿਹਦੇ ਇਕੁਅਲ ਹੈ? ਵੀ 5 ਹੈ ਤੇ ਇਹ ਵੀ 5 ਹੈ, ਉਹ OC ਦੇ ਇਕੁਅਲ ਹੈ ਜੀ। ਦੂਜੀ ਗੱਲ, ਜਿਹੜੀ ਆਹ ਤ੍ਰਿਭੁਜ ਆ ਇਹਦੀ ਵੀ ਭੁਜਾ DO ਹੈਗੀ ਆ, ਤੇ ਜਿਹੜੀ ਆਹ ਤ੍ਰਿਭੁਜ ਹੈ ਇਹਦੀ ਵੀ ਭੁਜਾ DO ਹੈਗੀ ਆ। ਦੋਵਾਂ ਦੀ DO ਭੁਜਾਵਤ ਸਾਂਝੀ ਹੋ ਗਈ, ਕਿਉਂਕਿ ਇਹ ਇੱਧਰਲੀ ਵੀ 3 ਹੈ ਤੇ ਉਹਦੇ ਲਈ ਵੀ 3 ਹੈ, ਘੁੰਮ ਨਹੀਂ ਆਏ। ਅਗਲੀ ਗੱਲ, ਆ ਜਿਹੜਾ AD ਆ, AD ਕੀ ਹੈ? ਇਸ ਸਮ ਚਤੁਰਭੁਜ ਦੀ ਸਾਈਡ। ਉਹ ਕਿਹਦੇ ਕੋਲ? ਇਹ ਵੀ ਸਾਈਡ ਹੈ ਤੇ ਆ ਵੀ ਸਾਈਡ ਆ। ਉਹ AD ਕਿਹਦੇ ਬਰਾਬਰ ਹੈਗੀ? DC। ਕਹਿੰਦਾ ਮਤਲਬ ਆਪਾਂ ਦੋ ਤ੍ਰਿਭੁਜਾਂ ਲਈਆਂ, ਇੱਕ ਆਹ ਤ੍ਰਿਭੁਜ ਲਈ ਤੇ ਇੱਕ ਆਹ ਤ੍ਰਿਭੁਜ ਲਈ, ਤੇ ਸਾਨੂੰ ਪਤਾ ਲੱਗਾ ਵੀ ਆਹ ਸਾਈਡ ਇਹਦੇ ਬਰਾਬਰ ਆ, ਆਹ ਸਾਈਡ ਇਹਦੇ ਬਰਾਬਰ ਆ, ਤੇ ਆਹ ਸਾਈਡ ਤੇ ਕਾਮਨ ਇਹ ਵੀ ਬਰਾਬਰ ਆ। ਜਦੋਂ ਤਿੰਨੇ ਸਾਈਡਾਂ ਦੋ ਤ੍ਰਿਭੁਜਾਂ ਦੀਆਂ ਬਰਾਬਰ ਹੋ ਜਾਣ ਤੇ ਫਿਰ ਉਹਨੂੰ ਕਹਿੰਦੇ ਸਾਈਡ ਸਾਈਡ ਰੂਲ ਦੇ ਨਾਲ, ਵੀ ਤਿੰਨੇ ਸਾਈਡਾਂ ਬਰਾਬਰ ਹੋਣ ਤੇ ਇੱਕ ਤ੍ਰਿਭੁਜ ਨੂੰ ਫੜ ਕੇ ਦੂਜੀ ਦੇ ਉੱਤੇ ਰੱਖ ਸਕਦੇ ਹਾਂ, ਇੱਕੋ ਜਿਹੀਆਂ ਹੋ ਜਾਣਗੀਆਂ। ਉਹਨੂੰ ਅਸੀਂ ਕੀ ਕਹਿੰਦੇ ਆ? ਵੀ ਜਿਹੜੀ ਇੱਕ ਤ੍ਰਿਭੁਜ ਆ ਦੂਜੀ ਦੇ ਕੋਨਗਰੈਂਟ ਹੋ ਗਈ ਆ। ਕੀ ਲਿਖਦਾ? ਦੋਵੇਂ ਤ੍ਰਿਭੁਜਾਂ ਤ੍ਰਿਭੁਜ DAO ਕੋਨਗਰੈਂਟ ਹੋ ਗਈ ਆ। ਆਹ ਤ੍ਰਿਭੁਜ ਪੂਰੀ ਦੀ ਪੂਰੀ ਇਹਦੇ ਉੱਤੇ ਰੱਖੀ ਜਾ ਸਕਦੀ ਹੈ, ਤ੍ਰਿਭੁਜ DCO। ਜਦੋਂ ਤ੍ਰਿਭੁਜਾਂ ਇੱਕ ਦੂਜੇ ਤੇ ਰੱਖ ਦਈਏ, ਪੂਰੀਆਂ ਪੂਰੀਆਂ ਕੋਨਗਰੈਂਟ ਹੋ ਜਾਣ, ਇੱਕ ਨੂੰ ਢੱਕ ਲੈਣ, ਤੇ ਫਿਰ ਕੀ ਹੁੰਦਾ ਵਾ? ਉਹਨਾਂ ਦੇ ਜਿਹੜੇ ਕੋਣ ਆ ਸਾਰੇ ਬਰਾਬਰ ਹੋ ਜਾਂਦੇ। ਆਹ ਕੋਣ ਇਹਦੇ ਬਰਾਬਰ ਹੋ ਜਾਂਦਾ, ਆਹ ਕੋਣ ਜਿਹੜਾ ਵਾ ਇਹਦੇ ਬਰਾਬਰ ਹੋ ਜਾਂਦਾ, ਤੇ ਆਹ ਜਿਹੜਾ ਐਂਗਲ ਆ ਇਹਦੇ ਬਰਾਬਰ ਹੋ ਜਾਂਦਾ। ਜਿਹੜਾ ਆਹ ਸਾਡਾ ਐਂਗਲ ਆ, ਦੋਵੇਂ ਐਂਗਲ ਆ, ਇਹ ਕੀ ਹੋ ਜਾਂਦੇ ਆ? ਬਰਾਬਰ। ਹੁਣ ਇੱਥੋਂ ਪਹਿਲਾਂ ਗੱਲ ਕਰਨੀ ਆ ਵੀ ਜੇਕਰ ਇੱਕ ਸਿੱਧੀ ਰੇਖਾ ਹੋਵੇ, ਸਿੱਧੀ ਰੇਖਾ ਤੇ ਸਾਰਾ ਕੋਣ ਕਿੰਨਾ ਹੁੰਦਾ ਜੀ? 180 ਡਿਗਰੀ। ਤੇ ਮੈਂ ਕਿਹਾ ਵੀ ਇੱਕ ਸਿੱਧੀ ਰੇਖਾ ਉੱਤੇ ਇੱਕ ਲਾਈਨ ਬਣਾਈ ਆ, ਤੇ ਜਿਹੜਾ ਐਂਗਲ, ਇੱਕ ਐਂਗਲ ਤੇ ਐਂਗਲ 2, ਇਹ ਦੋਵੇਂ ਬਰਾਬਰ ਵੀ ਨੇ। ਆਹ ਦੋਵੇਂ ਕੋਣ ਬਰਾਬਰ ਵੀ ਆ, ਤੇ ਦੋਵਾਂ ਦਾ ਜੋੜ ਕਿੰਨਾ ਵਾ? 180। ਫਿਰ ਸਮਝੋ ਧਿਆਨ ਨਾਲ ਗੱਲ, ਆਹ ਸਾਡੀ ਸਿੱਧੀ ਰੇਖਾ, ਆਹ ਸਿੱਧੀ ਰੇਖਾ ਜਾ ਰਹੀ ਆ, ਤੇ ਇਹਦਾ ਸਾਰਾ ਐਂਗਲ ਕਿੰਨਾ ਵਾ? 180 ਡਿਗਰੀ। ਲੀਨੀਅਰ ਪੇਅਰ ਰੇਖੀ ਜਿਹੜਾ ਇੱਕ ਰੇਖਾ ਦਾ ਪੂਰਾ ਕੋਣ ਕਿੰਨਾ? 180 ਡਿਗਰੀ। ਤੇ ਨਾਲੇ ਆਪਾਂ ਇਹ ਵੀ ਕਹਿਤਾ ਵੀ ਆਹ ਦੋਵੇਂ ਐਂਗਲ ਜਿਹੜੇ ਬਰਾਬਰ ਵੀ ਨੇ, ਦੋਵੇਂ ਬਰਾਬਰ ਵੀ ਆ, ਤੇ ਦੋਵਾਂ ਦਾ ਜੋੜ ਵੀ 180 ਆ। ਇਹਦਾ ਮਤਲਬ ਆਹ ਕੋਣ ਕਿੰਨਾ ਹੋਊਗਾ? ਆ ਵੀ 90 ਹੋਏਗਾ, ਤੇ ਆ ਵੀ ਕਿੰਨਾ ਹੋਏਗਾ? ਕੋਣ 90। ਤੇ ਆਪਾਂ ਇਹੋ ਹੀ ਪ੍ਰੂਵ ਕਰਨਾ ਹੈ ਵੀ ਜਿਹੜੀਆਂ ਇਹ ਦੋ ਵਿਕਰਨਿਆਂ ਆਪਸ ਵਿੱਚ ਕਹਿੰਦੇ ਆ ਸਮਲੰਬ, ਮਤਲਬ ਦੁਭਾਜਿਤ ਕਰਦੇ ਆ, ਆਪਸ ਵਿੱਚ ਕਹਿੰਦੇ ਪਰਪੈਂਡੀਕੁਲਰ ਹੁੰਦੇ ਆ। ਇਹ ਪ੍ਰੂਵ ਕਰਨਾ ਹੈ। ਤੇ ਇਥੋਂ ਗਾੜੀ ਜੇ ਪੂਰਾ ਲਿਖਣਾ ਹੋਵੇ ਤਾਂ ਆਪਾਂ ਲਿਖ ਸਕਦੇ ਹਾਂ ਵੀ ਜਦੋਂ ਕਨਗਰੈਂਟ ਹੋ ਗਈਆਂ ਟ੍ਰਾਇੰਗਲਸ, ਤੇ ਕੀ ਹੁੰਦਾ ਫਿਰ? ਜਿਹੜਾ ਐਂਗਲ, ਜਿਹੜਾ ਪੂਰਾ ਐਂਗਲ AOC ਆ, ਉਹ 180 ਡਿਗਰੀ ਆ। ਐਂਗਲ A ਮਤਲਬ ਇਸ ਐਂਗਲ ਦੀ ਗੱਲ ਕੀਤੀ ਆ, ਤੇ ਜਿਹੜਾ ਐਂਗਲ ਆ ਇਕੁਅਲ ਹੋਣ ਕਰਕੇ ਹੁਣ ਮੈਂ ਸ਼ਾਰਟਕਟ ਹੀ ਲਿਖ ਦੇਣਾ ਵੀ ਐਂਗਲ AOD ਕਿੰਨਾ? 90 ਡਿਗਰੀ ਆ। ਕਿਉਂਕਿ ਇਹ ਜਿਹੜਾ ਸਵਾਲ ਆ ਇਹ ਇੱਕ ਪੂਰੀ ਕੋਨਗਰੈਂਸੀ ਚੈਪਟਰ ਦੇ ਨਾਲ ਚੱਲਦਾ ਵਾ, ਤੇ ਛੋਟੀ ਜਿਹੀ ਗੱਲ ਆ ਗਈ ਆ, ਮਤਲਬ ਗੱਲ ਥੋੜੀ ਜਿਹੀ ਵਿੱਚ ਔਖੀ ਸੀ, ਤੇ ਇਸ ਕਰਕੇ ਕਈਆਂ ਨੂੰ ਸਮਝ ਆ ਗਈ ਹੈਗੀ। ਜਦੋਂ ਕਿਤੇ ਪੂਰਾ ਕੋਨਗਰੈਂਟ ਦਾ ਚੈਪਟਰ ਕਰਾਂਗੇ, ਕੋਨਗਰੈਂਸੀ, ਤੇ ਉਦੋਂ ਆਪਾਂ ਇਹਦੇ ਬਹੁਤ ਸਵਾਲ ਕਰਾਂਗੇ। ਤੇ ਹੈ ਸਭ ਉਹ ਇਹ ਦਿਮਾਗੀ ਚੀਜ਼ਾਂ ਨੇ। ਮੈਨੂੰ ਤਾਂ ਲੱਗੂ ਵੀ ਪੂਰੀ ਬੁੱਕ ਦੇ ਵਿੱਚੋਂ ਕੋਨਗਰੈਂਸੀ ਇੱਕ ਐਸੀ ਚੀਜ਼ ਹੈ ਵੀ ਜਿਹੜਾ ਸਾਡਾ ਮਤਲਬ ਦਿਮਾਗ ਦਾ ਚੈੱਕਅਪ ਕਰਦੀ ਹੈ। ਲਓ ਜੀ, ਇੱਕ ਸਵਾਲ ਹੋਰ ਕਰੀਏ, ਹੈਗਾ ਉਹਦਾ ਹੀ ਆ, ਤੇ ਆਪਣਾ ਰੰਬਸ ਦਾ ਹੀ। ਇੱਕ ਮੈਂ ਰੰਬਸ ਟਰਾ ਕਰ ਦੇਣਾ ਜੀ। ਉਹਦੇ ਵਿੱਚ ਰੰਬਸ ਦਾ ਨਾਂ ਕੀ ਹੈ ਜੀ? ਰਾਈਸ, RIC ਤੇ E। ਤੇ ਕਹਿੰਦੇ ਆ ਵੀ ਇਹਦੇ ਵਿਕਰਨ ਹੋ ਗਏ ਦੋ,
ਤੇ ਸਾਨੂੰ ਗਿਵਨ ਕੀ ਹੈ ਜੀ, ਕਹਿੰਦੇ ਆ ਵੀ ਤੁਸੀਂ ਆ x ਆ y ਆ ਤੇ ਆ z ਆ, ਇਹਨਾਂ ਤਿੰਨਾਂ ਦੀ ਕੀਮਤ ਲੱਭਣੀ ਜੀ, x ਦੀ, y ਦੀ ਤੇ z ਦੀ। ਤੇ ਅਗਲੀ ਗੱਲ ਉਹਨਾਂ ਇਹ ਕਹੀ ਆ, ਤੇ ਅਗਲੀ ਗੱਲ ਕੁਛ ਦਿੱਤਾ ਸਾਨੂੰ ਕੀ ਹੈ ਜੀ, ਸਾਨੂੰ ਤੇ ਦਿੱਤਾ ਵਾ ਜੀ ਆ ਦਿੱਤਾ ਜੀ 12 ਤੇ ਆ ਦਿੱਤਾ ਜੀ 5। ਅਗਲੀ ਸਵਾਲ ਬੜਾ ਵਧੀਆ ਕਰੀਏ ਨਾ। ਹੁਣੇ ਆਪਾਂ ਗੱਲ ਕੀਤੀ ਆ ਵੀ ਜਿਹੜਾ ਸਮਚਤੁਰਭੁਜ ਜਿਹੜੀ ਰੰਬਸ ਆ ਉਹਦੇ ਵਿਕਰਨ ਇੱਕ ਦੂਜੇ ਨੂੰ 90 ਡਿਗਰੀ ਤੇ ਬਾਈਸੈਕਟ ਕਰਦੇ ਆ, ਬਰਾਬਰ ਦੋ ਹਿੱਸਿਆਂ 'ਚ ਵੰਡਦੇ ਆ। ਤੇ ਜੇ ਆਹ ਹਿੱਸਾ 12 ਵਾ ਤੇ ਫਿਰ ਆਹ ਵੀ ਹਿੱਸਾ ਕਿੰਨਾ ਹੋਊਗਾ ਜੀ, 12 ਹੋਊਗਾ। ਜੇ ਆਹ ਹਿੱਸਾ 5 ਆ ਤੇ ਆਹ ਵੀ ਹਿੱਸਾ ਕਿੰਨਾ ਹੋਊ, 5 ਹੋਊ। ਵੀ ਜੇ ਆਹ 5 ਆ ਤਾਂ x ਵੀ ਕਿੰਨਾ ਵਾ ਜੀ, 5 ਆ। ਤੇ ਜੇ ਆਹ ਹਿੱਸਾ 12 ਵਾ ਤੇ y ਵੀ ਕਿੰਨਾ ਹੋਊਗਾ, 12। ਕਿਉਂ? ਕਿਉਂਕਿ ਜਿਹੜੇ ਇਹ ਦੋ ਵਿਕਰਨ ਆ ਉਹ ਆਪਸ ਵਿੱਚ 90 ਡਿਗਰੀ ਤੇ ਕੱਟਦੇ ਆ, ਨਾਲੇ ਬਰਾਬਰ ਕੱਟਦੇ ਆ, ਬਾਈਸੈਕਟ ਕਰਦੇ ਆ, ਬਰਾਬਰ ਹਿੱਸਿਆਂ 'ਚ ਵੰਡਦੇ ਆ। ਅਗਲੀ ਗੱਲ ਸਾਨੂੰ ਇਹ ਪਤਾ ਵੀ ਜਿਹੜਾ ਆਹ ਕੋਣ ਆ ਇਹ 90 ਡਿਗਰੀ ਹੁੰਦਾ, ਤੇ x ਦੀ ਵੈਲਿਊ ਕਿੰਨੀ ਹੈ ਜੀ, 5। ਆਹ ਇੱਕ ਸਾਡੇ ਕੋਲ ਬਣ ਗਈ ਸਮਕੋਣ ਤ੍ਰਿਭੁਜ, ਰਾਈਟ ਐਂਗਲ ਟ੍ਰਾਇੰਗਲ। ਤੇ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਕੀ ਹੁੰਦਾ ਫਿਰ ਸਾਡੇ ਕੋਲੇ, ਆ ਦੇਖੋ ਆ ਸਾਡੇ ਕੋਲੇ 12 ਹੋ ਗਿਆ ਤੇ ਆ ਸਾਡੇ ਕੋਲੇ ਕੀ ਹੋ ਗਿਆ ਜੀ 5। ਭਾਵੇਂ ਛੋਟਾ ਵਾ, ਆਪਾਂ ਥੋੜਾ ਜਿਹਾ ਛੋਟਾ ਡਰਾ ਕਰਦੇ ਨੇ। ਆ 5 ਅਸੀਂ ਫਾਈਂਡ ਕਰਨਾ, ਇਹ ਕੌਣ ਹੈ ਜੀ, ਹਾਈਪੋਟੇਨਿਊਜ਼, ਕਰਨ। ਤੇ ਹਾਈਪੋਟੇਨਿਊਜ਼ ਜਾਂ ਕਰਨ ਦੀ ਵੈਲਿਊ ਕਿੱਦਾਂ ਫਾਈਂਡ ਕਰੀਦੀ ਹੈ, ਉਹ ਇਦਾਂ ਫਾਈਂਡ ਕਰੀਦੀ ਹੈ ਜੀ। ਪੰਜਾਬੀ ਚ ਲਿਖਦੇ ਨੇ ਕਰਨ ਕਿਹਦੇ ਬਰਾਬਰ ਹੁੰਦਾ, ਲੰਬ ਦਾ ਵਰਗ ਤੇ ਜਮਾ ਆਧਾਰ ਦਾ ਵਰਗ। ਇਹ ਪਾਈਥਾਗੋਰਸ ਨੇ ਸਾਨੂੰ ਗੱਲ ਦੱਸੀ। ਤੇ ਜਾਂ ਕਰਨ ਦਾ ਇੱਧਰ ਵਰਗ ਪਾ ਲਓ ਤੇ ਜਾਂ ਸਰ ਦਾ ਕੀ ਕਰ ਲਓ, ਵਰਗ ਮੂਲ। ਤੇ ਲੰਬ ਕਿੰਨਾ ਜੀ, 12 ਦਾ ਵਰਗ, ਆਧਾਰ 5 ਹੈ ਜੀ, ਤੇ 12 ਦਾ ਵਰਗ ਹੁੰਦਾ 144, 5 ਦਾ 25, तो कितना पड़ेगा जी 169, ਤੇ ਉਹਦਾ ਰੂਟ ਕਿੰਨਾ ਹੁੰਦਾ ਜੀ 13। ਇਟ ਮੀਨਸ ਜਿਹੜਾ ਹਾਈਪੋਟੇਨਿਊਜ਼ ਹੈ ਉਹ ਕਿੰਨਾ ਹੈ ਜੀ 13 ਹੈ। ਥੈਂਕਸ, ਸਤਿ ਸ਼੍ਰੀ ਅਕਾਲ।